ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕਿਊਬੈਕ ਦੇ ਵਿੱਚ ਮਰੀਜ਼ਾਂ ਦੇ ਨਾਲ ਭਰੇ ਹਸਪਤਾਲ, ਜਾਣੋ ਕੈਨੇਡਾ ਦੇ ਵਿੱਚ ਕੀ ਹੈ ਕੋਵਿਡ ਅਪਡੇਟ। ਛੁੱਟੀਆਂ ਮੌਕੇ ਟਰੂਡੋ ਨੇ ਦਿੱਤਾ ਖਾਸ ਸੰਦੇਸ਼, ਵੈਕਸੀਨ ਦੇ ਬਾਰੇ ਦੱਸੀ ਵੱਡੀ ਅਪਡੇਟ। ਨਹੀਂ ਜਾ ਸਕਣਗੇ ਮਾਂ-ਬਾਪ ਅਜੇ ਕੈਨੇਡਾ, ਹਾਲੇ ਕਰਨਾ ਪਵੇਗਾ ਥੋੜਾ ਇੰਤਜ਼ਾਰ। ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਲਗਵਾਇਆ ਕੋਵਿਡ-19 ਟੀਕਾ, ਵੈਕਸੀਨ ਦਾ ਐਲਾਨ ਕਰਨ ਵਾਲੇ ਟਰੰਪ ਅਜੇ ਵੀ ਪਿੱਛੇ। ਓਨਟਾਰੀਓ ਦੇ ਵਿੱਚ ਲੱਗ ਸਕਦੀ ਹੈ ਤਾਲਾਬੰਦੀ, ਡਗ ਫੋਰਡ ਨੇ ਬੁਲਾਈ ਐਮਰਜੈਂਸੀ ਮੀਟਿੰਗ। ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੀ। ਓਨਟਾਰੀਓ 'ਚ ਲਗਾਤਾਰ ਚੌਥੇ ਦਿਨ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਕਿਊਬੈਕ 'ਚ ਲਗਾਤਾਰ ਮਰੀਜ਼ਾਂ ਦੀ ਹਸਪਤਾਲ 'ਚ ਗਿਣਤੀ ਵਧਦੀ ਜਾ ਰਹੀ ਹੈ। ਬੈੱਡ ਤਕਰੀਬਨ ਭਰ ਚੁੱਕੇ ਨੇ ਤੇ ਹੋਟਲਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿੱਥੇ ਬੈੱਡ ਲਗਾਏ ਜਾ ਰਹੇ ਨੇ ਤਾਂ ਕਿ ਉੱਥੇ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ, ਕੀ ਕੇਸਿਸ ਓਵਰਵਿਊ ਹੈ, ਜਾਣਕਾਰੀ ਦੇਵਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ ਲਗਾਤਾਰ ਚੌਥੇ ਦਿਨ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਬੀਤੇ 24 ਘੰਟਿਆਂ ਦੌਰਾਨ 2300 ਦੇ ਕਰੀਬ ਨਵੇਂ ਮਾਮਲੇ ਦਰਜ ਕੀਤੇ ਗਏ। ਇੱਥੇ 40 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਬੀਤੇ 24 ਘੰਟਿਆਂ ਦੌਰਾਨ ਜਾਨ ਵੀ ਗਈ ਹੈ। ਟੋਰਾਂਟੋ ਦੇ ਵਿੱਚ 691, ਪੀਲ ਰੀਜਨ ਦੇ ਵਿੱਚ 361, ਯਾਰਕ ਰੀਜਨ ਦੇ ਵਿੱਚ 296 ਕੋਵਿਡ ਕੇਸਿਸ ਪਾਏ ਗਏ। 400 ਤੋਂ ਜ਼ਿਆਦਾ ਕੋਵਿਡ ਕੇਸਿਸ ਐਮਾਜ਼ਨ ਵੇਅਰਹਾਊਸ, ਜੋ ਕਿ ਓਨਟਾਰੀਓ ਦੇ ਵਿੱਚ ਹੈ, ਉੱਥੋਂ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਇੰਡਸਟਰੀਅਲ ਸਪਰੈਡ ਦਾ ਕੰਸਰਨ ਜਤਾਇਆ ਜਾ ਰਿਹਾ ਹੈ। ਕਿਊਬੈਕ ਅੰਦਰ ਵੀ ਕੋਵਿਡ-19 ਦੀ ਕਾਫੀ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸਾਹਮਣੇ ਆ ਰਹੀ ਹੈ। ਅਜਿਹੇ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਹਸਪਤਾਲਾਂ ਦੇ ਵਿੱਚ ਵਧਦੀ ਜਾ ਰਹੀ ਹੈ, ਜਿਸ ਨੂੰ ਦੇਖਦਿਆਂ ਹੁਣ ਹੋਟਲਸ ਦੇ ਵਿੱਚ ਬੈੱਡ ਲਗਾਏ ਜਾ ਰਹੇ ਹਨ। ਇਸ ਪ੍ਰੋਵਿੰਸ ਦੇ ਵਿੱਚ ਜਿੰਨੇ ਵੀ ਪੇਸ਼ੈਂਟਸ ਦੇ ਲਈ ਜਾਣੀ ਮਰੀਜ਼ਾਂ ਦੇ ਲਈ ਬੈੱਡ ਸਨ, ਉਹ ਪੂਰੇ ਦੇ ਪੂਰੇ ਭਰ ਚੁੱਕੇ ਨੇ। ਬੀਤੇ 24 ਘੰਟਿਆਂ ਦੌਰਾਨ ਇੱਥੋਂ 1763 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਹੁਣ ਤੱਕ 1,72,801 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 17,732 ਦੇ ਕਰੀਬ ਇਸ ਸਮੇਂ ਇੱਥੇ ਐਕਟਿਵ ਕੇਸਿਸ ਨੇ। ਮੈਨੀਟੋਬਾ ਦੇ ਵਿੱਚ 350 ਕੋਵਿਡ ਕੇਸ ਦਰਜ ਕੀਤੇ ਗਏ ਤੇ 10 ਲੋਕਾਂ ਦੀ ਮੌਤ ਵੀ ਇੱਥੇ ਰਿਪੋਰਟ ਹੋਈ ਹੈ। 4,93,000 ਦੇ ਕਰੀਬ ਕੁੱਲ ਮਾਮਲੇ ਕੈਨੇਡਾ ਅੰਦਰ ਸਾਹਮਣੇ ਆ ਚੁੱਕੇ ਹਨ। 14,002 ਦੇ ਕਰੀਬ ਇੱਥੇ ਹੁਣ ਤੱਕ ਜਾਨਾਂ ਵੀ ਜਾ ਚੁੱਕੀਆਂ ਨੇ ਤੇ 4,03,000 ਦੇ ਕਰੀਬ ਰਿਕਵਰਡ ਕੇਸਿਸ ਹਨ। ਓਨਟਾਰੀਓ ਦੇ ਵਿੱਚ ਲਾਕਡਾਊਨ ਲਗਾਇਆ ਜਾ ਸਕਦਾ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਕੀਤੀ ਗਈ ਹੈ। ਓਨਟਾਰੀਓ ਦੇ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਲਗਾਤਾਰ ਚੌਥੇ ਦਿਨ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ, ਜੋ ਕਿ ਸਭ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਅਜਿਹੇ 'ਚ ਇਹ ਕਦਮ ਚੁੱਕਿਆ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਲਾਕਡਾਊਨ ਕੁਝ ਹਫ਼ਤਿਆਂ ਦਾ ਇੱਥੇ ਲਗਾਇਆ ਜਾ ਸਕਦਾ ਹੈ। ਅਜੇ ਕੱਲ੍ਹ ਹੀ ਜੋ ਹਸਪੀਟਲ ਐਸੋਸੀਏਸ਼ਨ ਹੈ ਓਨਟਾਰੀਓ ਦੀ, ਉਹਨਾਂ ਵੱਲੋਂ ਮੰਗ ਕੀਤੀ ਗਈ ਸੀ, ਜੇਕਰ ਇੱਥੇ ਹਾਲਾਤਾਂ ਨੂੰ ਠੀਕ ਕਰਨਾ ਹੈ, ਕੋਵਿਡ-19 ਦੀ ਸਿਚੁਏਸ਼ਨ ਨੂੰ ਕਾਬੂ ਦੇ ਵਿੱਚ ਕਰਨਾ ਹੈ, ਤਾਂ ਇਸ ਵਾਸਤੇ 28 ਦਿਨਾਂ ਦਾ ਲਾਕਡਾਊਨ ਲਗਾਇਆ ਜਾਣਾ ਚਾਹੀਦਾ ਹੈ। ਅਜੇ ਇਸ ਦੇ ਉੱਪਰ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਕਿ ਕੀ ਫੈਸਲਾ ਕੀਤਾ ਗਿਆ, ਪਰ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ। ਓਨਟਾਰੀਓ 'ਚ ਲਗਾਤਾਰ ਕੋਵਿਡ ਮਾਮਲੇ ਵਧਦੇ ਜਾ ਰਹੇ ਹਨ। ਲਗਾਤਾਰ 2000 ਤੋਂ ਪਾਰ ਮਾਮਲੇ ਆਉਣ ਤੋਂ ਬਾਅਦ ਲਾਕਡਾਊਨ ਲਗਾਉਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਇਹ ਚੌਥਾ ਅਜਿਹਾ ਦਿਨ ਹੈ ਜਦੋਂ ਓਨਟਾਰੀਓ ਦੇ ਵਿੱਚ 2000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 40 ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਵੀ ਗਈ। ਜਨਵਰੀ 11 ਤੱਕ ਤਾਲਾਬੰਦੀ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪ੍ਰੀਮੀਅਰ ਡਗ ਫੋਰਡ ਵੱਲੋਂ ਐਮਰਜੈਂਸੀ ਮੀਟਿੰਗ ਬੁਲਾਈ ਗਈ। ਕਿਊਬੈਕ ਦੇ ਵਿੱਚ ਜਨਵਰੀ 11 ਤੱਕ ਨਾਨ ਐਸੈਂਸ਼ੀਅਲ ਬਿਜ਼ਨਸ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਵਰਕ ਫਰੋਮ ਹੋਮ ਦੇ ਲਈ ਕਿਹਾ ਜਾ ਰਿਹਾ ਹੈ। ਸੋਰਸਿਸ ਤੋਂ ਪਤਾ ਲੱਗਿਆ ਹੈ ਕਿ ਹੁਣ ਓਨਟਾਰੀਓ ਦੇ ਵਿੱਚ ਵੀ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਓਨਟਾਰੀਓ ਤੋਂ 2,290 ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ, ਜਿੱਥੇ 68,000 ਤੋਂ ਜ਼ਿਆਦਾ ਟੈਸਟ ਵੀ ਕੀਤੇ ਗਏ ਹਨ। ਦੱਸੀਏ ਕਿ ਓਨਟਾਰੀਓ ਹਸਪੀਟਲ ਐਸੋਸੀਏਸ਼ਨ ਨੇ 28 ਦਿਨਾਂ ਦੇ ਲਾਕਡਾਊਨ ਦੀ ਮੰਗ ਕੀਤੀ ਹੈ। ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ। 877 ਦੇ ਕਰੀਬ ਮਰੀਜ਼ ਇਸ ਸਮੇਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 261 ਇੰਟੈਂਸਿਵ ਕੇਅਰ ਅਧੀਨ ਹਨ। ਸੋ ਇਸ ਸਭ ਨੂੰ ਦੇਖਦਿਆਂ ਇਹ ਗੱਲ ਕਹੀ ਜਾ ਰਹੀ ਹੈ ਕਿ ਓਨਟਾਰੀਓ ਨੂੰ ਹੁਣ ਸਖਤ ਕਦਮ ਚੁੱਕਣ ਦੀ ਲੋੜ ਹੈ। ਇੱਥੇ ਲਾਕਡਾਊਨ ਲਗਾਇਆ ਜਾਣਾ ਚਾਹੀਦਾ ਹੈ ਤਾਂ ਕਿ ਇਹਨਾਂ ਮਾਮਲਿਆਂ ਦੇ ਉੱਪਰ ਕਾਬੂ ਪਾਇਆ ਜਾ ਸਕੇ।
ਇੱਕ ਨਿਊਯਾਰਕ ਮੈਨ ਲਗਾਤਾਰ 10 ਘੰਟੇ ਬਰਫ਼ ਦੇ ਹੇਠਾਂ ਜਿਉਂਦਾ ਦਫਨ ਰਿਹਾ। ਦਰਅਸਲ ਉਸਦੀ ਕਾਰ ਜੋ ਸੀ ਉਹ ਬਰਫ਼ ਦੇ 4 ਫੁੱਟ ਤਕਰੀਬਨ 4 ਫੁੱਟ ਹੇਠਾਂ ਦਬ ਗਈ ਸੀ, ਜਿਸ ਤੋਂ ਬਾਅਦ ਉਸਦੀ ਨਾ ਤਾਂ ਕਾਰ ਕੰਮ ਕਰ ਰਹੀ ਸੀ, ਨਾ ਹੀ ਉਸਦਾ ਹੀਟਰ ਚੱਲ ਰਿਹਾ ਸੀ ਤੇ ਪੁਲਿਸ ਨੂੰ ਉਸਨੇ 911 ਦੇ ਉੱਪਰ ਲਗਾਤਾਰ ਕਾਲ ਕੀਤੀ। ਪੁਲਿਸ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਇਸ ਦੀ ਕਾਰ ਦਾ ਕੋਈ ਵੀ ਨਿਸ਼ਾਨ ਨਹੀਂ ਦੇਖਿਆ। ਬਾਅਦ ਵਿੱਚ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਸ ਨੂੰ ਰੈਸਕਿਊ ਕੀਤਾ ਗਿਆ, ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਵਿੱਚ ਜਿਸ ਸਮੇਂ ਇਹ ਵਿਅਕਤੀ ਭਰਤੀ ਕੀਤਾ ਗਿਆ ਸੀ ਉਸ ਸਮੇਂ ਉਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ। ਨਾਲ ਹੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮੌਸਮ ਬਣਿਆ ਹੁੰਦਾ ਹੈ, ਜਦੋਂ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ, ਸੜਕਾਂ ਦੇ ਉੱਪਰ ਬਰਫ਼ ਜੰਮੀ ਹੁੰਦੀ ਹੈ, ਤਾਂ ਲੋਕ ਅਜਿਹੇ ਦੇ ਵਿੱਚ ਸੜਕਾਂ ਦੇ ਉੱਪਰ ਆਉਣ ਤੋਂ ਪਰਹੇਜ਼ ਕਰਨ, ਕਿਉਂਕਿ ਅਜਿਹੇ 'ਚ ਬਹੁਤ ਸਾਰੇ ਹਾਦਸੇ ਵਾਪਰ ਸਕਦੇ ਹਨ। ਇੱਕ ਸਨੋਸਟਾਰਮ ਦੇ ਵਿੱਚ 10 ਘੰਟੇ ਤੱਕ ਕਾਰ ਫਸੀ ਰਹੀ, ਜਿਸ ਦੇ ਵਿੱਚ ਨਿਊਯਾਰਕ ਮੈਨ ਜ਼ਿੰਦਾ ਦਫਨ ਰਿਹਾ। ਇਹ ਵਿਅਕਤੀ, ਜਿਸ ਦਾ ਨਾਮ ਕੈਵਿਨ ਕੈਰਿਸਨ ਦੱਸਿਆ ਜਾ ਰਿਹਾ ਹੈ, ਉਹ ਲਗਾਤਾਰ 911 ਦੇ ਉੱਪਰ ਕਾਲ ਕਰਦਾ ਰਿਹਾ, ਇਹ ਦੱਸਣ ਦੇ ਲਈ ਕਿ ਉਹ ਬਰਫ਼ ਦੇ ਹੇਠਾਂ ਫਸ ਗਿਆ ਹੈ। ਉਸ ਦਾ ਹੀਟਰ ਟੁੱਟ ਚੁੱਕਿਆ ਸੀ ਅਤੇ ਉਸ ਨੂੰ ਕਾਫੀ ਠੰਡ ਲੱਗ ਰਹੀ ਸੀ। ਨਿਊਯਾਰਕ ਪੁਲਿਸ ਉੱਥੇ ਪਹੁੰਚੀ ਪਰ ਉਹਨਾਂ ਨੂੰ ਕੋਈ ਕਾਰ ਨਜ਼ਰ ਨਹੀਂ ਆਈ। ਪੁਲਿਸ ਨੇ ਬਾਅਦ ਵਿੱਚ ਜਾਣਕਾਰੀ ਸਾਂਝੀ ਕੀਤੀ ਕਿ 58 ਸਾਲਾ ਵਿਅਕਤੀ ਨੂੰ ਰੈਸਕਿਊ ਕੀਤਾ ਗਿਆ ਅਤੇ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ। ਇੱਕ ਟਰੱਕ ਦੀ ਟੱਕਰ ਲੱਗਣ ਨਾਲ ਇਸ ਵਿਅਕਤੀ ਦੀ ਕਾਰ ਕਰੀਬ 4 ਫੁੱਟ ਹੇਠਾਂ ਦਬ ਗਈ ਸੀ, ਜਿਸ ਦੇ ਚੱਲਦਿਆਂ ਇਹ ਵਿਅਕਤੀ 10 ਘੰਟੇ ਇਸੇ ਤਰ੍ਹਾਂ ਰਿਹਾ। ਨਾ ਹੀ ਉਸ ਦੀ ਕਾਰ ਸਟਾਰਟ ਹੋ ਰਹੀ ਸੀ ਤੇ ਨਾ ਹੀ ਉਸ ਦਾ ਹੀਟਰ ਕੰਮ ਕਰ ਰਿਹਾ ਸੀ। ਇੱਕ ਤਸਵੀਰ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਵਿਅਕਤੀ ਹਸਪਤਾਲ 'ਚ ਨਜ਼ਰ ਆ ਰਿਹਾ ਹੈ। ਠੰਡ ਦੇ ਨਾਲ ਉਸ ਦੇ ਹੱਥ ਕਾਲੇ ਅਤੇ ਨੀਲੇ ਹੋ ਚੁੱਕੇ ਸਨ। ਨਿਊਯਾਰਕ ਪੁਲਿਸ ਨੇ ਇਸ ਮੌਕੇ ਕਿਹਾ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੋਵੇ, ਰਸਤਿਆਂ ਦੇ ਉੱਪਰ ਬਰਫ਼ ਇਕੱਠੀ ਹੋਈ ਹੋਵੇ, ਤਾਂ ਲੋਕ ਘਰੋਂ ਬਾਹਰ ਨਾ ਨਿਕਲਣ। 18 ਕੰਟਰੀਜ਼ ਦੇ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਹੈ। ਇਸ ਕਾਰਨ ਬਹੁਤ ਸਾਰੇ ਹਾਦਸੇ ਵੀ ਵਾਪਰੇ ਹਨ, ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿੱਥੇ ਉਹਨਾਂ ਕੋਵਿਡ-19 ਦੀ ਅਪਡੇਟ ਸਾਂਝੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਵੈਕਸੀਨ ਦੀ ਸ਼ੁਰੂਆਤ ਚਾਹੇ ਕੈਨੇਡਾ ਦੇ ਅੰਦਰ ਹੋ ਚੁੱਕੀ ਹੈ, ਪਰ ਇਸ ਸਮੇਂ ਸਾਨੂੰ ਸਭ ਨੂੰ ਫਿਰ ਵੀ ਆਪਣਾ ਬਚਾਅ ਕਰਨਾ ਚਾਹੀਦਾ ਹੈ। ਇੱਕ ਬਿਟਰ ਸਵੀਟ ਮੈਸੇਜ ਇਸ ਹੌਲੀਡੇ ਸੀਜ਼ਨ ਦੇ ਉੱਪਰ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ, ਜਿੱਥੇ ਉਹਨਾਂ ਕਿਹਾ ਕਿ ਇਸ ਵਾਰ ਦੀ ਕ੍ਰਿਸਮਸ ਆਮ ਸਾਲਾਂ ਵਾਂਗ ਨਹੀਂ ਹੋਏਗੀ, ਪਰ ਵਰਚੁਅਲ ਤਰੀਕੇ ਦੇ ਨਾਲ ਹੀ ਚਾਹੇ, ਪਰ ਅਸੀਂ ਆਪਣੇ ਜਿਹੜੇ ਖਾਸ ਨੇ ਉਹਨਾਂ ਦੇ ਕਰੀਬ ਜ਼ਰੂਰ ਹੋਵਾਂਗੇ। ਸੋ ਉਹਨਾਂ ਨੇ ਕਿਹਾ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜਦ ਤੱਕ ਤੁਹਾਨੂੰ ਕੋਵਿਡ ਵੈਕਸੀਨ ਨਹੀਂ ਲੱਗ ਜਾਂਦਾ। ਗਾਈਡਲਾਈਨਸ ਨੂੰ ਮੰਨਿਆ ਜਾਵੇ। ਕੋਵਿਡ-19 ਦੀ ਅਲਰਟ ਐਪ ਨੂੰ ਆਪਣੇ ਫੋਨ ਦੇ ਵਿੱਚ ਭਰਿਆ ਜਾਵੇ। ਹੋਰ ਉਹਨਾਂ ਵੱਲੋਂ ਕੀ ਕਿਹਾ, ਦੱਸਾਂਗੇ ਤੁਹਾਨੂੰ ਉਹਨਾਂ ਦੇ ਸੰਦੇਸ਼ ਦੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ ਦੇ ਚੱਲਦਿਆਂ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਹਨਾਂ ਨੇ ਹੌਲੀਡੇ ਸੀਜ਼ਨ ਦੌਰਾਨ ਬਿਟਰ ਸਵੀਟ ਮੈਸੇਜ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਸ ਹੌਲੀਡੇ ਸੀਜ਼ਨ ਦੇ ਵਿੱਚ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਟਰੂਡੋ ਵੱਲੋਂ ਵੈਕਸੀਨ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ ਗਈ ਕਿ ਹਰ ਕਿਸੇ ਨੂੰ ਇਹ ਕੋਵਿਡ-19 ਵੈਕਸੀਨ ਲਗਾਇਆ ਜਾਵੇਗਾ ਅਤੇ ਜੋ ਵੀ ਵੈਕਸੀਨ ਅਪਰੂਵ ਕੈਨੇਡਾ ਦੇ ਵਿੱਚ ਹੋ ਰਹੀ ਹੈ ਉਹ ਸੇਫ ਐਂਡ ਸਿਕਿਉਰ ਹੈ, ਕਿਉਂਕਿ ਹੈਲਥ ਕੈਨੇਡਾ ਇੰਡੀਪੈਂਡੈਂਟਲੀ ਇਸ ਦੀ ਜਾਂਚ ਕਰ ਰਿਹਾ ਹੈ। ਇਸ ਸਾਲ ਕਾਫੀ ਜ਼ਿਆਦਾ ਡਿਫਿਕਲਟ ਰਿਹਾ। ਇਸ ਵਾਰ ਦਾ ਹੌਲੀਡੇ ਸੀਜ਼ਨ ਵੀ ਆਮ ਨਾਲੋਂ ਵੱਖਰਾ ਹੋਵੇਗਾ, ਪਰ ਸਾਡੇ ਕੋਲ ਹੁਣ ਉਮੀਦ ਹੈ ਕਿਉਂਕਿ ਸਾਡੇ ਕੋਲ ਵੈਕਸੀਨ ਪਹੁੰਚ ਗਈ ਹੈ। ਇਹ ਗੱਲ ਦਾ ਪ੍ਰਗਟਾਵਾ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਵੱਲੋਂ ਖਾਸ ਧਿਆਨ ਇਸ ਚੀਜ਼ ਦੇ ਉੱਪਰ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਪਣੇ ਬਚਾਅ ਦੇ ਲਈ ਕੋਵਿਡ-19 ਅਲਰਟ ਐਪ ਨੂੰ ਫੋਨ ਦੇ ਵਿੱਚ ਜ਼ਰੂਰ ਡਾਊਨਲੋਡ ਕਰ ਲੈਣ, ਯਾਨੀ ਕਿ ਇਸ ਨੂੰ ਜ਼ਰੂਰ ਭਰ ਲਿਆ ਜਾਵੇ। ਉਸ ਤੋਂ ਬਾਅਦ ਜੋ ਵੀ ਗਾਈਡਲਾਈਨਸ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਜਦ ਤੱਕ ਵੈਕਸੀਨ ਨਹੀਂ ਲੱਗ ਜਾਂਦਾ ਉਦੋਂ ਤੱਕ ਆਪਣਾ ਬਚਾਅ ਇਸ ਵਾਇਰਸ ਤੋਂ ਖੁਦ ਕੀਤਾ ਜਾ ਸਕੇ। ਸੋ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਜਸਟਿਨ ਟਰੂਡੋ ਵੱਲੋਂ ਹੋਰ ਕਿਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। I want to start today by thanking all Canadians for all their efforts in the fight against this global pandemic. You've made a lot of sacrifices over the past many months. You helped keep people safe. You helped save lives. Everything we did, small and big, in following public health orders, in making sure that ourselves and our loved ones and frontline workers were safe, made a difference. So thank you. On this 8th and final day of Hanukkah, and with only 1 week to go until Christmas, there are more than 75,000 active COVID-19 cases across the country. Deaths per capita are continuing to rise in many G7 countries, including Canada. Countries around the world continue to feel the pain of the second wave.
We need to take this very seriously as numbers continue to head in the wrong direction. Our fight against this virus is not over, even as we're preparing to say goodbye and good riddance to 2020. It may be the holiday season, but we have to be more careful than ever. On Monday, vaccinations started for the most vulnerable and our frontline workers. Canada has secured agreements for up to 417,000 doses of COVID-19 vaccines ahead of schedule. This includes over 200,000 early doses of the Pfizer vaccine scheduled for next week and 168,000 doses of the Moderna vaccine before the end of December, pending Health Canada approval. I want to assure you again that any vaccine approved in Canada will be both safe and effective, and that health experts are making those decisions independently. In January, we'll be getting 125,000 doses of the Pfizer vaccine per week for a total of about 500,000 doses for the month. With the guaranteed millions of doses coming in 2021, every Canadian who wants a vaccine will get one, no matter where they live. This is the largest immunization campaign in our country's history, and I know that we have the right plan and the expertise that we need. But getting a vaccine in a week or in a month won't do you any good if you catch COVID-19 today. That's why we need to keep working to halt the spread of COVID-19. So please, continue to follow public health guidelines. Avoid gatherings, practice social distancing, use the COVID Alert app, do the right thing for the most vulnerables, and think of being careful as a gift you can directly give your fellow Canadians, especially frontline workers who continue to step up every single day to keep us safe, to keep Canadians safe. ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਦੇ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਵੀ ਕੋਵਿਡ ਸ਼ਾਟਸ ਲੈ ਲਏ ਨੇ। ਉਹਨਾਂ ਦੀ ਪਤਨੀ ਵੀ ਇਸ ਸਮੇਂ ਉਹਨਾਂ ਦੇ ਨਾਲ ਮੌਜੂਦ ਸੀ। ਉਹਨਾਂ ਵੱਲੋਂ ਵੀ ਇਹ ਟੀਕਾ ਲਗਵਾਇਆ ਗਿਆ। ਸਿੱਧਾ ਪ੍ਰਸਾਰਣ ਇਸ ਦਾ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਕੋਵਿਡ-19 ਸ਼ਾਟਸ ਲੈਣ ਤੋਂ ਬਾਅਦ। ਦੱਸ ਦਈਏ ਕਿ ਜੋ ਰਾਸ਼ਟਰਪਤੀ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ, ਉਹਨਾਂ ਵੱਲੋਂ ਬੜੇ ਜ਼ੋਰ ਸ਼ੋਰ ਦੇ ਨਾਲ ਵਾਈਟ ਹਾਊਸ ਦੇ ਵਿੱਚ ਲਗਾਤਾਰ ਕੋਵਿਡ-19 ਵੈਕਸੀਨ ਦੀ ਗੱਲ ਕਹੀ ਗਈ ਹੈ, ਪਰ ਅਜੇ ਇਹ ਵੈਕਸੀਨ ਲੈਣ ਤੋਂ ਉਹ ਕਿਤੇ ਪਿੱਛੇ ਹੀ ਨਜ਼ਰ ਆ ਰਹੇ ਨੇ। ਉਹਨਾਂ ਵੱਲੋਂ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਗਿਆ ਕਿ ਕਦੋਂ ਉਹਨਾਂ ਵੱਲੋਂ ਇਹ ਸ਼ਾਟਸ ਲਏ ਜਾਣਗੇ। ਹਾਲਾਂਕਿ ਉਹਨਾਂ ਵੱਲੋਂ ਵੈਕਸੀਨ ਦੇ ਨਾਲ ਜੁੜੇ ਹੋਏ 2 ਜ਼ਰੂਰ ਟਵੀਟ ਕੀਤੇ ਗਏ ਨੇ। ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਅਜਿਹੇ 'ਚ ਬਹੁਤ ਸਾਰੇ ਅਮਰੀਕਨਸ ਨੇ ਜਿਹੜੇ ਕਿ ਕੋਵਿਡ-19 ਵੈਕਸੀਨ ਨਹੀਂ ਲੈਣਾ ਚਾਹੁੰਦੇ। ਇਹਨਾਂ ਸਭ ਦਾ ਕੌਨਫੀਡੈਂਸ ਬੂਸਟ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਦੇ ਅਧੀਨ ਅੱਜ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕੋਵਿਡ-19 ਵੈਕਸੀਨ ਦੀ ਖੁਰਾਕ ਲਈ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫ਼ਤੇ ਇੱਕ ਕੋਵਿਡ ਡੋਜ਼ ਲੈਣ ਜਾ ਰਹੇ ਹਨ, ਪਰ ਇਸ ਸਭ ਦੇ ਵਿੱਚ ਦੇਖਣ ਨੂੰ ਆਇਆ ਕਿ ਟਰੰਪ ਅਜੇ ਇਸ ਤੋਂ ਪਿੱਛਾ ਹੀ ਨਜ਼ਰ ਆ ਰਹੇ ਹਨ। ਦਰਅਸਲ ਬੜੇ ਜ਼ੋਰ ਸ਼ੋਰ ਦੇ ਨਾਲ ਵਾਈਟ ਹਾਊਸ ਦੇ ਰੋਜ਼ ਗਾਰਡਨ ਦੇ ਵਿੱਚ ਕੋਵਿਡ-19 ਮੁਹਿੰਮ ਦਾ ਐਲਾਨ ਟਰੰਪ ਵੱਲੋਂ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਅਜੇ ਵੀ ਟਰੰਪ ਵੱਲੋਂ ਇਹ ਗੱਲ ਨਹੀਂ ਕਹੀ ਗਈ ਕਿ ਕਦੋਂ ਉਹ ਕੋਵਿਡ-19 ਵੈਕਸੀਨ ਲੈਣਗੇ। ਪਰ ਇਸ ਵੈਕਸੀਨ ਨੂੰ ਲੈ ਕੇ 2 ਵਾਰ ਟਰੰਪ ਵੱਲੋਂ ਟਵੀਟ ਜ਼ਰੂਰ ਕੀਤਾ ਗਿਆ ਹੈ। ਅੱਜ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਉਹਨਾਂ ਦੀ ਪਤਨੀ ਕੈਰਨ ਨੇ ਵੀ ਕੋਵਿਡ-19 ਵੈਕਸੀਨ ਲਗਵਾਇਆ ਹੈ। ਉਪ ਰਾਸ਼ਟਰਪਤੀ ਨੂੰ ਵੈਕਸੀਨ ਦਿੰਦਿਆਂ ਟੀਵੀ ਦੇ ਉੱਪਰ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਦੱਸੀਏ ਕਿ ਅਮਰੀਕਾ ਅੰਦਰ ਪਹਿਲਾਂ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਨਿਊਯਾਰਕ ਦੀ ਨਰਸ ਨੂੰ ਟੀਕਾ ਲਗਾਉਣ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਹੁਣ ਅੱਜ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਗਲੇ ਟੀਕੇ ਜਾਨੀ ਮੋਡਰਨਾ ਦੇ ਟੀਕੇ ਨੂੰ ਵੀ ਮਨਜ਼ੂਰੀ ਮਿਲ ਗਈ ਹੈ, ਜਿਸ ਦੇ ਵੈਕਸੀਨੇਸ਼ਨ ਦਾ ਪ੍ਰੋਗਰਾਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। I want to thank my wonderful wife, our Second Lady, Karen Pence, the Surgeon General, Dr. Tony Fauci, and members of the White House Coronavirus Task Force who are joining us here today. I especially want to thank the fine medical team at Walter Reed Hospital that administered our vaccine today. I didn't feel a thing. Well done, and we appreciate your service to the country. You know, as the Christmas holiday approaches, this is always a season of hope. We gather here today at the end of a historic week to affirm to the American people that hope is on the way. And Karen and I were more than happy to step forward before this week was out
to take the safe and effective coronavirus vaccine that we have secured and produced for the American people. It's a truly inspiring day. As the people of this country witnessed this past week under Operation Warp Speed, the first coronavirus vaccine is literally being administered in states across the country to millions of Americans. And make no mistake about it, it's a medical miracle. The average vaccine, I'm told by our experts, usually takes between 8 and 12 years to develop and then manufacture and distribute. But we're on track here in the United States to administer millions of doses to the American people in less than 1 year. It is a miracle indeed. And I also believe that history will record that this week was the beginning of the end of the coronavirus pandemic. But with cases rising across the country, with hospitalizations rising across the country, we have a ways to go. And I want to assure the American people that we're going to continue to make sure that our healthcare providers have all the support and resources they need to meet this moment. But vigilance and the vaccine is our way through. And building confidence in the vaccine is what brings us here this morning. Ever since I was asked by President Trump to lead the White House Coronavirus Task Force, I have been inspired by the diligence and energy of our researchers in this country. Early on, the President brought some of the leading pharmaceutical companies in the world together in the cabinet room and said that we needed medicines, we needed therapeutics, and we needed vaccines, and we needed them in record time. I watched the historic pace with which the dedicated men and women at the FDA worked. But today, Karen and I wanted to step forward and take this vaccine to assure the American people that while we cut red tape, we cut no corners. And thanks to Operation Warp Speed, thanks to incredible research companies, thanks to the great work at the National Institute of Health and the great and careful work of the FDA and the leadership of our President in Operation Warp Speed, the American people can be confident. We have one, and perhaps within hours, two, safe and effective coronavirus vaccines for you and for your family. ਫਾਈਜ਼ਰ ਕੋਵਿਡ ਵੈਕਸੀਨ ਨੂੰ ਅਮਰੀਕਾ ਦੇ ਵਿੱਚ ਅਪਰੂਵਲ ਮਿਲਣ ਤੋਂ ਬਾਅਦ ਉਸ ਦੀ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਪਰ ਹੁਣ ਇੱਕ ਚੰਗੀ ਖਬਰ ਹੈ ਅਮਰੀਕਨਸ ਦੇ ਲਈ ਕਿ ਕੋਵਿਡ-19 ਦਾ ਜੋ ਦੂਸਰਾ ਟੀਕਾ ਹੈ ਮੋਡਰਨਾ ਦਾ ਟੀਕਾ ਉਹ ਵੀ ਜਲਦ ਕੈਨੇਡਾ ਵਾਸੀਆਂ ਨੂੰ ਮਿਲ ਜਾਏਗਾ। ਇਸ ਗੱਲ ਦੀ ਖੁਦ ਜ਼ਿਕਰ ਜਿਹੜਾ ਹੈ ਟਵੀਟ ਰਾਹੀਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤਾ ਗਿਆ ਜਿੱਥੇ ਉਹਨਾਂ ਨੇ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਜੋ ਇਸ ਸਮੇਂ ਕੋਵਿਡ-19 ਦੇ ਮੌਜੂਦਾ ਹਾਲਾਤ ਨੇ ਜਿੱਥੇ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਇਸ ਵਾਇਰਸ ਕਾਰਨ ਗਵਾ ਲਈ ਹੈ। ਇੱਥੇ ਬੇहद ਜ਼ਰੂਰੀ ਹੈ ਕਿ ਹਾਲਾਤ ਨੂੰ ਕੋਵਿਡ-19 ਦੀ ਜੋ ਸਿਚੁਏਸ਼ਨ ਹੈ ਉਸ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਦੇ ਵਿੱਚ ਅਮਰੀਕਾ ਅੰਦਰ ਫਾਈਜ਼ਰ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਹੁਣ ਅਮਰੀਕਾ ਨੂੰ ਦੂਜਾ ਟੀਕਾ ਲੱਗਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਖੁਦ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਟਰੰਪ ਨੇ ਟਵੀਟ ਕੀਤਾ ਕਿ ਇਸ ਦੀ ਵੰਡ ਜਾਣੀ ਕਿ ਡਿਸਟ੍ਰੀਬਿਊਸ਼ਨ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ ਖਾਸ ਕਰਕੇ ਜਰਮਨੀ, ਫਰਾਂਸ, ਸਪੇਨ ਅਤੇ ਇਟਲੀ ਚੀਨ ਦੇ ਵਾਇਰਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹਨ। ਵੈਕਸੀਨ ਆਪਣੇ ਰਾਹ ਦੇ ਵਿੱਚ ਹੈ। ਹਾਲ ਹੀ ਦੇ ਵਿੱਚ ਅਮਰੀਕਾ ਅੰਦਰ ਫਾਈਜ਼ਰ ਵੈਕਸੀਨ ਨੂੰ ਐਮਰਜੈਂਸੀ ਯੂਜ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਵੈਕਸੀਨ ਸਭ ਤੋਂ ਪਹਿਲਾਂ ਹੈਲਥ ਵਰਕਰਸ ਨੂੰ ਜਾਣੀ ਸਿਹਤ ਕਰਮਚਾਰੀਆਂ ਨੂੰ ਲਗਾਈ ਜਾਣੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਾਣੀ ਕਿ FDA ਦੀ ਸਲਾਹਕਾਰ ਕਮੇਟੀ ਨੇ ਮੋਡਰਨਾ ਵੱਲੋਂ ਤਿਆਰ ਕੀਤੇ ਕੋਵਿਡ-19 ਵੈਕਸੀਨ ਦੇ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੂਰੇ ਵਿਸ਼ਵ ਦੇ ਵਿੱਚ ਕੋਵਿਡ-19 ਦਾ ਅਸਰ ਹੈ ਪਰ ਅਮਰੀਕਾ ਇਸ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। 3 ਲੱਖ ਤੋਂ ਜ਼ਿਆਦਾ ਮੌਤਾਂ ਇੱਥੇ ਦਰਜ ਕੀਤੀਆਂ ਜਾ ਚੁੱਕੀਆਂ ਨੇ। ਅਜਿਹੇ ਦੇ ਵਿੱਚ ਸਥਿਤੀ ਨੂੰ ਕਾਬੂ ਦੇ ਵਿੱਚ ਕਰਨਾ ਬੇहद ਜ਼ਰੂਰੀ ਹੈ। ਅਮਰੀਕਨਸ ਦੇ ਲਈ ਇਹ ਚੰਗੀ ਖਬਰ ਹੈ ਕਿ ਹੁਣ ਜਲਦ ਹੀ ਦੂਸਰੇ ਟੀਕੇ ਦੀ ਵੀ ਐਮਰਜੈਂਸੀ ਵਰਤੋਂ ਸ਼ੁਰੂ ਹੋ ਜਾਏਗੀ। ਪਰ ਇੱਕ ਹੋਰ ਜੋ ਚੀਜ਼ ਸਾਹਮਣੇ ਨਿਕਲ ਕੇ ਆਈ ਹੈ ਕਿ ਬਹੁਤ ਸਾਰੇ ਅਮਰੀਕਨਸ ਅਜਿਹੇ ਹਨ ਜੋ ਕਿ ਇਹ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ। ਇਸ ਨੂੰ ਦੇਖਦਿਆਂ ਜੋ ਬਾਈਡਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਅਗਲੇ ਹਫ਼ਤੇ ਕੋਵਿਡ ਵੈਕਸੀਨ ਲੈਣ ਜਾ ਰਹੇ ਹਨ ਤਾਂ ਕਿ ਲੋਕਾਂ ਦੇ ਕੌਨਫੀਡੈਂਸ ਨੂੰ ਬੂਸਟ ਕੀਤਾ ਜਾ ਸਕੇ। ਅਮਰੀਕਾ ਨੂੰ ਹੁਣ ਸਾਈਬਰ ਅਟੈਕ ਦਾ ਖਤਰਾ ਹੈ। ਇਸ ਦਾ ਸ਼ੱਕ ਰੂਸ ਦੇ ਉੱਪਰ ਜਤਾਇਆ ਜਾ ਰਿਹਾ ਹੈ। ਮਾਈਕਰੋਸਾਫਟ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੀ ਕਿਹਾ ਉਹਨਾਂ ਨੇ ਇਹ ਜਾਣਨ ਦੇ ਲਈ ਵੇਖੋ ਇਹ ਖਬਰ।
ਸਾਈਬਰ ਸਿਕਿਉਰਿਟੀ ਨੇ ਅਮਰੀਕਾ ਨੂੰ ਅਲਰਟ ਕੀਤਾ ਹੈ। ਹੈਕਿੰਗ ਦਾ ਸ਼ੱਕ ਰੂਸ ਦੇ ਉੱਪਰ ਜਤਾਇਆ ਗਿਆ ਹੈ। ਅਮਰੀਕਾ ਸਮੇਤ ਪੂਰੀ ਦੁਨੀਆ ਦੇ ਕੰਪਿਊਟਰਸ ਨੂੰ ਹੈਕ ਕਰਨ ਦਾ ਸ਼ੱਕ ਰੂਸ ਤੇ ਜਤਾਉਂਦੇ ਹੋਏ ਫੈਡਰਲ ਅਥਾਰਟੀਜ਼ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਅਤੇ ਪ੍ਰਾਈਵੇਟ ਨੈਟਵਰਕ ਦੇ ਉੱਪਰ ਗੰਭੀਰ ਖਤਰਾ ਮੰਡਰਾ ਰਿਹਾ ਹੈ। ਇਸ ਸਾਲ ਮਾਰਚ ਮਹੀਨੇ 'ਚ ਅਮਰੀਕਨ ਨੈਟਵਰਕਸ ਦੀ ਹੈਕਿੰਗ ਦੀ ਸ਼ੁਰੂਆਤ ਹੋਈ। ਹੈਕਰਸ ਨੇ ਸੌਫਟਵੇਅਰ ਅਪਡੇਟਸ ਦੇ ਨਾਲ ਕੁਝ ਗਲਤ ਕੋਡ ਦਿੱਤੇ ਜੋ ਬਿਜ਼ਨਸ ਐਂਡ ਗਵਰਨਮੈਂਟ ਵਰਕ ਤੇ ਕੰਪਿਊਟਰ ਨੈਟਵਰਕ ਤੇ ਨਜ਼ਰ ਰੱਖਣ ਦੇ ਲਈ ਸੌਫਟਵੇਅਰ ਅਪਡੇਟਸ ਪਾਏ ਜਾਂਦੇ ਹਨ। ਇਹਨਾਂ ਨੂੰ ਮੈਲਵੇਅਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਅਮਰੀਕੀ ਕੰਪਨੀ SolarWinds ਨੇ ਦੱਸਿਆ ਸੀ। ਇਸ ਦੀ ਮਦਦ ਦੇ ਨਾਲ ਹੈਕਰਸ ਦਾ ਸਰਕਾਰੀ ਅਤੇ ਵਪਾਰ ਨੈਟਵਰਕ ਦੇ ਵਿੱਚ ਇੰਟਰਫੇਰੈਂਸ ਆਸਾਨ ਹੋ ਜਾਂਦਾ ਹੈ। 2016 ਦੌਰਾਨ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਸ਼ੀਅਨ ਇੰਟਰਵੈਂਸ਼ਨ ਐਂਡ ਵਾਈਟ ਹਾਊਸ ਸਾਈਬਰ ਸਿਕਿਉਰਿਟੀ ਐਡਵਾਈਜ਼ਰ ਨੂੰ ਕੱਢਣ ਦੇ ਲਈ ਟਰੰਪ ਨੂੰ ਕ੍ਰਿਟਿਸਿਜ਼ਮ ਸਹਿਣਾ ਪਿਆ ਸੀ। ਦੱਸਿਏ ਕਿ ਰੂਸ ਵੱਲੋਂ ਸਾਈਬਰ ਹਮਲਿਆਂ ਦਾ ਨਿਸ਼ਾਨਾ ਸਿਰਫ ਅਮਰੀਕਨ ਸਰਕਾਰੀ ਏਜੰਸੀਆਂ ਨੂੰ ਨਹੀਂ ਬਲਕਿ ਵੱਡੀਆਂ ਟੈਕਨੀਕਲ ਕੰਪਨੀਆਂ ਨੂੰ ਵੀ ਬਣਾਇਆ ਜਾ ਰਿਹਾ ਹੈ। ਇਸ ਦੀ ਪੁਸ਼ਟੀ ਖੁਦ ਮਾਈਕਰੋਸਾਫਟ ਵੱਲੋਂ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਹੈਕਿੰਗ ਦੇ ਨਾਲ ਜੁੜਿਆ ਇੱਕ ਵਾਇਰਸ ਮਿਲਿਆ ਹੈ। ਮਾਈਕਰੋਸਾਫਟ ਸੋਲਰ ਵਿੰਡ ਕਾਰਪੋਰੇਸ਼ਨ ਦੇ ਨੈਟਵਰਕਿੰਗ ਮੈਨੇਜਮੈਂਟ ਸੌਫਟਵੇਅਰ ਓਰੀਅਨ ਦਾ ਇਸਤੇਮਾਲ ਕਰਦੀ ਹੈ ਅਤੇ ਇਸ ਦਾ ਇਸਤੇਮਾਲ ਰੂਸ ਨੇ ਅਮਰੀਕਨ ਏਜੰਸੀਆਂ ਅਤੇ ਹੋਰ ਕੰਪਨੀਆਂ ਤੇ ਕੀਤੇ ਗਏ ਸਾਈਬਰ ਅਟੈਕ ਦੇ ਵਿੱਚ ਕੀਤਾ ਹੈ। ਜੋ H4 ਵੀਜ਼ਾ ਧਾਰਕ ਨੇ ਜਾਣੀ ਕਿ H4 ਵੀਜ਼ਾ ਹੋਲਡਰਸ ਨੇ ਉਹਨਾਂ ਦਾ ਵਰਕ ਪਰਮਿਟ ਵਧਾਇਆ ਜਾਵੇ, ਇਹ ਮੰਗ ਜੋ ਬਾਈਡਨ ਤੋਂ ਕੀਤੀ ਜਾ ਰਹੀ ਹੈ। ਇਹ ਮੰਗ ਕਰ ਰਹੇ ਨੇ ਪਾਰਟੀ ਮੂਲ ਦੇ MPs ਜੋ ਅਮਰੀਕਾ ਦੇ ਵਿੱਚ ਨੇ। ਉਹਨਾਂ ਕਿਹਾ ਹੈ ਕਿ ਅਜਿਹਾ ਜੋ ਬਾਈਡਨ ਨੂੰ ਆਪਣੇ ਟੈਨਿਓਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਰਨਾ ਚਾਹੀਦਾ ਹੈ। ਇੱਕ ਪੱਤਰ ਉਹਨਾਂ ਵੱਲੋਂ ਲਿਖਿਆ ਗਿਆ ਹੈ। ਜੋ ਬਾਈਡਨ ਤੋਂ ਇੱਕ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਹੈ ਕਿ H4 ਵੀਜ਼ਾ ਹੋਲਡਰਸ ਦਾ ਵਰਕ ਪਰਮਿਟ ਵਧਾਇਆ ਜਾਵੇ। ਜੀ ਹਾਂ, ਮੰਗ ਅਮਰੀਕੀ MPs ਦੇ ਗਰੁੱਪ ਨੇ ਕੀਤੀ ਹੈ ਜੋ ਕਹਿ ਰਹੇ ਹਨ ਕਿ ਜੋ ਬਾਈਡਨ ਟਰੰਪ ਪ੍ਰਸ਼ਾਸਨ ਦੀ ਨੀਤੀ ਨੂੰ ਰੱਦ ਕਰਨ ਅਤੇ H4 ਵੀਜ਼ਾ ਹੋਲਡਰਸ ਦਾ ਵਰਕ ਪਰਮਿਟ ਅੱਗੇ ਵਧਾਉਣ। ਦੱਸਣਯੋਗ ਹੈ ਕਿ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ H1B ਵੀਜ਼ਾ ਧਾਰਕਾਂ ਦੇ ਪਤੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ H4 ਵੀਜ਼ਾ ਜਾਰੀ ਕੀਤਾ ਜਾਂਦਾ ਹੈ। H4B ਵੀਜ਼ਾ ਪਾਉਣ ਵਾਲਿਆਂ ਦੇ ਵਿੱਚ ਜ਼ਿਆਦਾਤਰ IT ਪ੍ਰੋਫੈਸ਼ਨਲਸ ਭਾਰਤੀ ਔਰਤਾਂ ਹਨ। ਇਹ ਵੀਜ਼ਾ ਸਧਾਰਨ ਤੌਰ ਦੇ ਉੱਪਰ ਉਹਨਾਂ ਦੇ ਲਈ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਇੰਪਲੋਇਮੈਂਟ ਬੇਸਡ ਸਥਾਨਕ ਨਿਵਾਸ ਦੇ ਲਈ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ। ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਮੈਂਬਰਾਂ ਨੇ 16 ਦਸੰਬਰ ਨੂੰ ਜੋ ਬਾਈਡਨ ਨੂੰ ਪੱਤਰ ਲਿਖਿਆ ਜਿਸ ਵਿੱਚ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਟੈਨਿਓਰ ਦੇ ਪਹਿਲੇ ਦਿਨ ਇਹ ਨੋਟਿਸ ਜਾਰੀ ਕਰੋਗੇ, H4B ਵੀਜ਼ਾ ਦਾ ਵਿਸਥਾਰ ਕਰੋਗੇ। ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕਣ ਜਾ ਰਹੇ ਹਨ। ਲੈਟਰ ਤੇ ਸਾਈਨ ਕਰਨ ਵਾਲਿਆਂ ਦੇ ਵਿੱਚ ਸਮੋਸਾ ਕਾਕਸ ਦੇ ਡਾਕਟਰ ਐਮੀ ਬੇਰਾ, ਰੌਕ ਖੰਨਾ, ਰਾਜਾ ਕ੍ਰਿਸ਼ਨ ਮੂਰਤੀ ਅਤੇ ਪ੍ਰਮਿਲਾ ਜੈਪਾਲ ਸ਼ਾਮਲ ਹਨ। ਅਮਰੀਕਾ ਦੇ ਨਾਰਥ ਈਸਟਰਨ ਹਿੱਸਿਆਂ ਦੇ ਵਿੱਚ ਤੂਫਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇੱਕ ਹਫ਼ਤੇ ਦੌਰਾਨ 5 ਲੋਕਾਂ ਦੀ ਜਾਨ ਚਲੀ ਗਈ ਹੈ। ਬਿਜਲੀ ਦੀ ਸਪਲਾਈ ਇੱਥੇ ਕੱਟ ਦਿੱਤੀ ਗਈ ਹੈ। ਅਜਿਹਾ ਤੂਫਾਨ ਦੇ ਚੱਲਦਿਆਂ ਕਦਮ ਚੁੱਕਿਆ ਗਿਆ ਤੇ ਬਹੁਤ ਸਾਰੇ ਲੋਕ ਇਸ ਸਮੇਂ ਬਿਜਲੀ ਤੋਂ ਬਿਨਾਂ ਹੀ ਰਹਿ ਰਹੇ ਨੇ। ਅਮਰੀਕਾ ਦੇ ਨਾਰਥ ਈਸਟਰਨ ਸਟੇਟਸ ਦੇ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਤੱਕ ਇਸ ਦੇ ਵਿੱਚ 5 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕਾ ਦੇ ਨਾਰਥ ਈਸਟਰਨ ਸਟੇਟਸ ਦੇ ਵਿੱਚ ਬਰਫੀਲੇ ਤੂਫਾਨ ਦੇ ਨਾਲ ਇਸ ਹਫ਼ਤੇ 5 ਲੋਕਾਂ ਦੀ ਜਾਨ ਗਈ। ਹੁਣ ਇੱਥੇ ਬਿਜਲੀ ਕੱਟ ਦਿੱਤੀ ਗਈ ਹੈ। ਇਹ ਕਦਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ। ਹੁਣ ਇੱਥੇ 70,000 ਤੋਂ ਜ਼ਿਆਦਾ ਲੋਕ ਅਜਿਹੇ ਹਨ ਜੋ ਬਗੈਰ ਬਿਜਲੀ ਦੇ ਰਹਿ ਰਹੇ ਹਨ। ਇੱਥੇ ਇੱਕ ਘਟਨਾ ਵੀ ਵਾਪਰੀ ਹੈ। ਇਸ ਦੌਰਾਨ ਮੈਰੀਲੈਂਡ ਦੇ VWI ਮਾਰਸ਼ਲ 에ਅਰਪੋਰਟ ਤੇ ਸਪਿਰਿਟ 에ਅਰਲਾਈਨਸ ਦੀ ਫਲਾਈਟ ਸੁਰੱਖਿਅਤ ਉਤਾਰਨ ਤੋਂ ਬਾਅਦ ਰਨਵੇ ਦੇ ਉੱਪਰ ਖਿਸਕ ਗਈ। ਜਹਾਜ਼ ਦੇ ਵਿੱਚ 111 ਲੋਕ ਸਵਾਰ ਸਨ ਅਤੇ ਜਹਾਜ਼ ਦੇ ਵਿੱਚ ਸਵਾਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮੀਡੀਆ ਰਿਪੋਰਟ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨਿਊਯਾਰਕ ਦੇ ਵਿੱਚ ਬਰਫੀਲੇ ਤੂਫਾਨ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਗਵਰਨਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਨਿਊਯਾਰਕ ਦੇ ਵਿੱਚ ਬਰਫੀਲੇ ਤੂਫਾਨ ਦੇ ਚੱਲਦਿਆਂ ਸੈਂਕੜੇ ਦੀ ਗਿਣਤੀ ਵਿੱਚ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਨਿਊਯਾਰਕ ਦੇ ਵਿੱਚ ਇਸ ਦੇ ਚੱਲਦਿਆਂ 600 ਐਕਸੀਡੈਂਟਸ ਵੀ ਹੋਏ ਹਨ। ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੇ ਤਹਿਤ ਮਾਂ-ਬਾਪ ਦਾਦਾ ਦਾਦੀ ਅਜੇ ਕੈਨੇਡਾ ਨਹੀਂ ਜਾ ਸਕਣਗੇ। ਇਸ ਵਾਸਤੇ ਉਹਨਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਏਗਾ। ਦਰਅਸਲ ਜੋ ਡਰਾਅ ਦਾ ਐਲਾਨ ਕੀਤਾ ਜਾਣਾ ਸੀ, ਲੋਟਰੀ ਜੋ ਕੱਢੀ ਜਾਣੀ ਸੀ ਇਸ ਸਾਲ ਦਸੰਬਰ ਦੇ ਆਖਿਰ ਤੱਕ, ਉਸ ਨੂੰ ਹੁਣ ਅੱਗੇ ਤੱਕ ਟਾਲ ਦਿੱਤਾ ਗਿਆ ਹੈ, ਜਾਣੀ ਕਿ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ। 2021 ਦੇ ਵਿੱਚ ਹੁਣ ਇਹ ਲੋਟਰੀ ਦਾ ਐਲਾਨ ਕੀਤਾ ਜਾਏਗਾ। ਕੋਵਿਡ-19 ਦੇ ਚੱਲਦਿਆਂ ਇਹ ਫੈਸਲਾ IRCC ਵੱਲੋਂ ਕੀਤਾ ਗਿਆ, ਜਿੱਥੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਬਾਕੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ।
ਕੈਨੇਡਾ ਦੇ ਵਿੱਚ ਆਪਣੇ ਮਾਂ-ਬਾਪ ਅਤੇ ਦਾਦਾ-ਦਾਦੀ ਨੂੰ ਬੁਲਾਉਣ ਵਾਲਿਆਂ ਨੂੰ ਅਜੇ ਥੋੜਾ ਇੰਤਜ਼ਾਰ ਕਰਨਾ ਪਵੇਗਾ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ PGP ਜਾਣੀ ਕਿ 2020 ਦੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ ਹੈ। ਹੁਣ ਇਹ ਲੋਟਰੀ ਅਗਲੇ ਸਾਲ ਜਾਣੀ ਕਿ 2021 ਦੇ ਵਿੱਚ ਕੱਢੀ ਜਾਵੇਗੀ। ਪਹਿਲਾਂ ਇਸ ਨੂੰ ਦਸੰਬਰ ਆਖਿਰ ਦੇ ਵਿੱਚ ਐਲਾਨਿਆ ਜਾਣਾ ਸੀ, ਪਰ ਕੋਵਿਡ-19 ਦੇ ਚੱਲਦਿਆਂ ਇਹ ਫੈਸਲਾ ਬਦਲਿਆ ਗਿਆ ਹੈ। ਅਕਤੂਬਰ 13 ਤੋਂ ਨਵੰਬਰ 3, 2020 ਦੇ ਵਿੱਚ IRCC ਵੱਲੋਂ PGP 2020 ਨੂੰ ਖੋਲ੍ਹਿਆ ਗਿਆ ਸੀ, ਜਿੱਥੇ ਕੈਨੇਡੀਅਨ ਸਿਟੀਜ਼ਨਸ ਨੇ ਆਪਣੇ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਨੂੰ ਬੁਲਾਉਣ ਦੇ ਲਈ ਫਾਰਮ ਭਰੇ ਸਨ। ਪਰ ਹੁਣ ਤਾਜ਼ਾ ਅਪਡੇਟ ਦੇ ਮੁਤਾਬਕ ਅਗਲੇ ਸਾਲ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸਪਾਂਸਰਸ ਨੂੰ ਸਾਲ ਦੇ ਆਖਿਰ ਤੱਕ ਅਪਲਾਈ ਕਰਨ ਦੇ ਲਈ ਇਨਵਾਈਟ ਕੀਤਾ ਜਾਵੇਗਾ ਤਾਂ ਕਿ ਅਰਲੀ 2021 ਤੱਕ ਐਪਲੀਕੇਸ਼ਨਸ ਮਿਲ ਸਕਣ। ਅਗਲੇ ਸਾਲ ਮੇਜਰ ਜਾਣੀ ਕਿ ਵੱਡੇ PGP ਦੀ ਉਮੀਦ ਕੀਤੀ ਜਾ ਰਹੀ ਹੈ। ਲੋਟਰੀ ਤੋਂ ਬਾਅਦ ਇਨਵਾਈਟਡ ਸਪਾਂਸਰਸ ਨੂੰ IRCC ਨੂੰ ਐਪਲੀਕੇਸ਼ਨ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਦਾ ਸਮਾਂ ਹੋਵੇਗਾ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕਿਊਬੈਕ ਦੇ ਵਿੱਚ ਮਰੀਜ਼ਾਂ ਦੇ ਨਾਲ ਭਰੇ ਹਸਪਤਾਲ, ਜਾਣੋ ਕੈਨੇਡਾ ਦੇ ਵਿੱਚ ਕੀ ਹੈ ਕੋਵਿਡ ਅਪਡੇਟ। ਛੁੱਟੀਆਂ ਮੌਕੇ ਟਰੂਡੋ ਨੇ ਦਿੱਤਾ ਖਾਸ ਸੰਦੇਸ਼, ਵੈਕਸੀਨ ਦੇ ਬਾਰੇ ਦੱਸੀ ਵੱਡੀ ਅਪਡੇਟ। ਨਹੀਂ ਜਾ ਸਕਣਗੇ ਮਾਂ-ਬਾਪ ਅਜੇ ਕੈਨੇਡਾ, ਹਾਲੇ ਕਰਨਾ ਪਵੇਗਾ ਥੋੜਾ ਇੰਤਜ਼ਾਰ। ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਲਗਵਾਇਆ ਕੋਵਿਡ-19 ਟੀਕਾ, ਵੈਕਸੀਨ ਦਾ ਐਲਾਨ ਕਰਨ ਵਾਲੇ ਟਰੰਪ ਅਜੇ ਵੀ ਪਿੱਛੇ। ਓਨਟਾਰੀਓ ਦੇ ਵਿੱਚ ਲੱਗ ਸਕਦੀ ਹੈ ਤਾਲਾਬੰਦੀ, ਡਗ ਫੋਰਡ ਨੇ ਬੁਲਾਈ ਐਮਰਜੈਂਸੀ ਮੀਟਿੰਗ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।